ਹੈਲੋ ਸਟੂਡੈਂਟਸ, ਵੈਲਕਮ ਬੈਕ ਟੂ ਮਾਈ ਕਲਾਸ। ਪਿਆਰੇ ਵਿਦਿਆਰਥੀਓ, ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਲਾਸ +1 ਦਾ ਜਨਰਲ ਇੰਗਲਿਸ਼ ਦਾ ਸੈਂਪਲ ਪੇਪਰ ਫॉर ਟਰਮ 1 ਜੋ ਹੈ ਉਸ ਨੂੰ ਅਸੀਂ ਡਿਸਕਸ ਕਰਾਂਗੇ। ਬੇਟਾ ਇਹ ਪੇਪਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਤੁਹਾਡੀ ਰਿਵੀਜ਼ਨ ਦੇ ਲਈ, ਤੁਹਾਡੀ ਤਿਆਰੀ ਦੇ ਲਈ ਦਿੱਤਾ ਗਿਆ ਹੈ। ਸੋ ਇਸ ਪੇਪਰ ਨੂੰ ਤੁਸੀਂ ਅੱਛੀ ਤਰ੍ਹਾਂ ਰਿਵਾਈਜ਼ ਕਰ ਲੈਣਾ ਤਾਂ ਕਿ ਤੁਸੀਂ 100% ਮਾਰਕਸ ਲੈ ਸਕੋ। ਤੇ ਆਓ ਹੁਣ ਆਪਾਂ ਪੇਪਰ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਕੁਐਸਚਨ ਨੰਬਰ 1, ਰੀਡਿੰਗ ਕੰਪਰੀਹੈਂਸ਼ਨ। ਤਾਂ ਰੀਡ ਦਾ ਅਨਸੀਨ ਪੈਸੇਜ ਐਂਡ ਆਨਸਰ ਦਾ ਕੁਐਸਚਨਸ। ਅਸੀਂ ਪੈਸੇਜ ਨੂੰ ਪੜ੍ਹ ਕੇ ਕੁਐਸਚਨਸ ਦੇ ਆਨਸਰ ਦੇਣੇ ਹੈ। ਸੋ ਆਪਾਂ ਪੈਸੇਜ ਰੀਡ ਕਰਦੇ ਹਾਂ। ਮੋਸਟ ਆਫ ਇੰਡੀਆ ਵੇਕਸ ਅਪ ਟੂ ਟੀ। ਭਾਰਤ ਦਾ ਬਹੁਤਾ ਹਿੱਸਾ ਚਾਹ ਪੀਂਦਾ ਹੈ। ਡੂ ਯੂ ਰਿਮੈਂਬਰ ਸਿਪਿੰਗ ਟੀ ਟੂ ਕੀਪ ਯੂਅਰ ਸੈਲਫ ਅਵੇਕ ਵਾਈਲ ਪ੍ਰਪੇਅਰਿੰਗ ਫॉर ਯੂਅਰ ਐਗਜ਼ਾਮੀਨੇਸ਼ਨਸ। ਕੀ ਤੁਹਾਨੂੰ ਯਾਦ ਹੈ ਕਿ ਜਦੋਂ ਤੁਸੀਂ ਆਪਣੇ ਐਗਜ਼ਾਮ ਪ੍ਰਿਪੇਅਰ ਕਰ ਰਹੇ ਹੁੰਦੇ ਆ ਤਾਂ ਆਪਣੇ ਆਪ ਨੂੰ ਜਾਗਦੇ ਰੱਖਣ ਦੇ ਲਈ ਚਾਹ ਪੀਂਦੇ ਹੋ। ਨਾਓ ਦੇਰ ਆਰ ਅ ਫਿਊ ਵਰਾਇਟੀਜ਼ ਆਫ ਟੀ। ਅਤੇ ਹੁਣ ਚਾਹ ਦੀਆਂ ਕਈ ਕਿਸਮਾਂ ਹੈ ਵਿਚ ਡੂ ਜਸਟ ਦਾ ਆਪੋਜ਼ਿਟ ਐਜ਼ ਦੀਜ਼ ਹੈਵ ਏ ਕਾਮਿੰਗ ਐਂਡ ਸਲੀਪ ਇੰਡਿਊਸਿੰਗ ਇਫੈਕਟ, ਜਿਹੜੀਆਂ ਕਿ ਇਸ ਤੋਂ ਬਿਲਕੁਲ ਉਲਟਾ ਕਰਦੀਆਂ ਅਤੇ ਉਹਨਾਂ ਦਾ ਪ੍ਰਭਾਵ ਕਿਹੜਾ ਹੁੰਦਾ ਹੈ, ਸਾਊਂਡ ਸਲੀਪ ਵਾਲਾ ਹੁੰਦਾ ਹੈ। ਹੇਅਰ ਇਜ਼ ਅ ਲੁੱਕ ਐਟ ਦ ਮੈਨੀ ਵਰਾਇਟੀਜ਼ ਆਫ ਟੀ ਪੀਪਲ ਆਰ ਵੇਕਿੰਗ ਅਪ ਟੂ। ਚਾਹ ਦੀਆਂ ਕਈ ਕਿਸਮਾਂ ਹੈ ਜਿਹੜੀਆਂ ਕਿ ਲੋਕ ਲੈਂਦੇ ਹੈ ਜਾਗਦੇ ਰਹਿਣ ਦੇ ਲਈ। ਮਾਚਾ ਇਜ਼ ਦਾ ਪਿਓਰੈਸਟ ਫਾਰਮ ਆਫ ਗ੍ਰੀਨ ਟੀ। ਮਾਚਾ ਜਿਹੜੀ ਹੈ ਗ੍ਰੀਨ ਟੀ ਦਾ ਸਭ ਤੋਂ ਸ਼ੁੱਧ ਰੂਪ ਹੈ। ਵਿਦ ਹਾਈ ਨਿਊਟ੍ਰੀਸ਼ਨਲ ਕੰਟੈਂਟ, ਅਤੇ ਉਹਦੀ ਜਿਹੜੀ ਪੌਸ਼ਟਿਕ ਤੱਤ ਹੈ ਉਹ ਸਭ ਤੋਂ ਜ਼ਿਆਦਾ ਹੈ। ਹਰਬਲ ਟੀ ਗੈਟਸ ਏ ਫੇਸ ਲਿਫਟ। ਜਿਹੜੀ ਹਰਬਲ ਟੀ ਹੈ ਉਹ ਵੀ ਇੱਕ ਨਵਾਂ ਰੂਪ ਲੈ ਰਹੀ ਹੈ। ਇਟ ਟੇਸਟ ਸਪਾਈਸੀ, ਫਲਾਰੀ ਔਰ ਫਰੂਟੀ। ਇਹਦਾ ਜਿਹੜਾ ਟੇਸਟ ਹੈ ਮਸਾਲੇਦਾਰ ਹੁੰਦਾ ਹੈ ਜਾਂ ਫਲਾਵਰਸ ਵਾਲਾ ਹੁੰਦਾ ਜਾਂ ਫਰੂਟਸ ਵਾਲਾ ਹੁੰਦਾ ਹੈ। ਦ ਕੈਫੀਨ ਫ੍ਰੀ ਹਰਬਲ ਕਨਕੋਕਸ਼ਨਸ ਆਰ ਕ੍ਰੀਏਟਰ। ਕਨਕੋਕਸ਼ਨਸ ਹੁੰਦਾ ਮਿਕਸਚਰ ਵਿਦ ਐਰੋਮੈਟਿਕ ਫਲਾਵਰਸ। ਐਰੋਮੈਟਿਕ ਹੁੰਦਾ ਖੁਸ਼ਬੂਦਾਰ। ਤਾਂ ਕੈਫੀਨ ਫ੍ਰੀ ਜਿਹੜੀਆਂ ਜੜੀ ਬੂਟੀਆਂ ਹੈ ਉਹਨਾਂ ਨੂੰ ਮਿਕਸ ਕੀਤਾ ਜਾਂਦਾ ਹੈ ਖੁਸ਼ਬੂਦਾਰ ਫੁੱਲਾਂ ਦੇ ਨਾਲ, ਫਰੂਟਸ ਨਾਲ ਅਤੇ ਵਧੀਆ ਕਿਸਮ ਦੀ ਹਰਬਸ ਦੇ ਨਾਲ ਉਹਨਾਂ ਨੂੰ ਮਿਕਸ ਕਰਕੇ ਤਿਆਰ ਕੀਤਾ ਜਾਂਦਾ ਹੈ। ਹਰਬਸ ਲਾਈਕ ਅਸ਼ਵਗੰਧਾ, ਤੁਲਸੀ, ਬ੍ਰਹਮੀ ਐਂਡ ਜ਼ਿੰਗਸੈਂਗ ਆਰ ਯੂਜ਼ ਟੂ ਇਨਫਿਊਜ਼ ਦੇਅਰ ਫਲੇਵਰਸ ਇਨ ਦ ਟੀ। ਅਸ਼ਵਗੰਧਾ, ਤੁਲਸੀ, ਬ੍ਰਹਮੀ, ਜ਼ਿੰਗਸੈਂਗ ਇਹਨਾਂ ਨੂੰ ਯੂਜ਼ ਕਰਕੇ ਚਾਹ ਦੇ ਕਈ ਫਲੇਵਰ ਬਣਾਏ ਜਾਂਦੇ ਹੈ। ਸੈਵਰਲ ਬਲੈਂਡਸ ਆਰ ਕ੍ਰੀਏਟਡ ਮਿਕਸਿੰਗ ਫਾਈਨੈਸਟ ਆਫ ਦਾਰਜੀਲਿੰਗ ਐਂਡ ਅਸਾਮ ਟੀ ਵਿਦ ਕੈਮੋਮਾਈਲ, ਜੈਸਮੀਨ, ਹਨੀ, ਲੈਮਨ, ਬੇਸਿਲ, ਵੈਨੀਲਾ, ਮੈਂਗੋਜ਼ ਐਂਡ ਬੈਰੀਜ਼ ਅਮੰਗ ਅਦਰਸ। ਦਾਰਜੀਲਿੰਗ ਅਤੇ ਅਸਾਮ ਦੀ ਚਾਹ ਦੇ ਵਿੱਚ ਕੈਮੋਮਾਈਲ, ਜੈਸਮੀਨ, ਹਨੀ, ਲੈਮਨ, ਬੇਸਿਲ, ਵਨੀਲਾ, ਮੈਂਗੋਜ਼ ਅਤੇ ਕਈ ਤਰ੍ਹਾਂ ਦੀਆਂ ਬੈਰੀਜ਼ ਮਿਕਸ ਕਰਕੇ ਚਾਹ ਦੀਆਂ ਕਿਸਮਾਂ ਬਣਾਈਆਂ ਜਾਂਦੀਆਂ। ਅਨਦਰ ਟਰੈਂਡ ਇਨ ਦਾ ਮਾਰਕੀਟ ਇਜ਼ ਇਨਫਿਊਜ਼ਡ ਟੀ ਕੂਲਰਸ। ਅੱਜ ਕੱਲ੍ਹ ਬਾਜ਼ਾਰ 'ਚ ਇੱਕ ਹੋਰ ਟਰੈਂਡ ਹੈ ਇਨਫਿਊਜ਼ਡ ਟੀ ਕੂਲਰਸ ਦਾ। ਦੀਜ਼ ਆਰ ਫਲੇਵਰਡ ਵਾਟਰ। ਇਹ ਹੁੰਦਾ ਕਿ ਇੱਕ ਫਲੇਵਰਡ ਵਾਟਰ ਹੁੰਦਾ ਹੈ ਵਿਦ ਏ ਹਿੰਟ ਆਫ ਟੀ ਐਂਡ ਫਰੂਟੀ ਔਰ ਸਪਾਈਸੀ ਫਲੇਵਰਸ, ਜਿਹਦੇ ਵਿੱਚ ਟੀ, ਫਰੂਟੀ ਅਤੇ ਸਪਾਈਸੀ ਫਲੇਵਰਸ ਐਡ ਕੀਤੇ ਹੋਏ ਹੁੰਦੇ ਹੈ ਟੂ ਹਾਈਡਰੇਟ ਐਂਡ ਰਿਫਰੈਸ਼। ਤਾਜ਼ਗੀ ਦੇ ਲਈ ਅਤੇ ਹਾਈਡਰੇਟ ਲਈ। The idea is to keep a sachet of green tea infused or blended with fruits or spices into a jar of water and ice added। ਤਾਂ ਇਸ ਵਿੱਚ ਆਈਡੀਆ ਕੀ ਹੈ ਕਿ ਗ੍ਰੀਨ ਟੀ ਦਾ ਇੱਕ ਸੈਸ਼ੇ ਹੈ ਜੋ ਉਹ ਪਾਣੀ ਦੇ ਵਿੱਚ ਪਾ ਕੇ ਅਤੇ ਨਾਲ ਹੀ ਉਸ ਵਿੱਚ ਫਰੂਟਸ ਅਤੇ ਸਪਾਈਸਿਸ ਨੂੰ ਮਿਕਸ ਕੀਤਾ ਜਾਂਦਾ ਹੈ ਅਤੇ ਫਿਰ ਉਸ ਵਿੱਚ ਬਰਫ਼ ਐਡ ਕਰ ਦਿੱਤੀ ਜਾਂਦੀ ਹੈ। The flavors and antioxidants released slowly make it a mild tea that is tastier than just plain water। ਫਿਰ ਕੀ ਹੁੰਦਾ, ਜਿਹੜੇ ਫਲੇਵਰਸ ਪਾਏ ਹੋਏ ਹੁੰਦੇ ਆ ਉਹ ਅਤੇ ਐਂਟੀਆਕਸੀਡੈਂਟਸ ਦੋਨੋਂ ਹੌਲੀ ਹੌਲੀ ਰਿਲੀਜ਼ ਹੁੰਦੇ ਆ ਅਤੇ ਇਹਨੂੰ ਇੱਕ ਮਾਈਲਡ ਜਿਹੀ ਹਲਕੀ ਜਿਹੀ ਚਾਹ ਬਣਾ ਦਿੰਦੇ ਆ ਜਿਹੜੀ ਕਿ ਪਲੇਨ ਵਾਟਰ ਦੇ ਨਾਲੋਂ ਜ਼ਿਆਦਾ ਟੇਸਟੀ ਹੁੰਦੀ ਹੈ। Slowly and steadily these new age brews are finding their feet in the Indian market। ਹੌਲੀ ਹੌਲੀ ਇਹ ਜਿਹੜੇ ਨਿਊ ਏਜ ਵਾਲੇ ਬਰਿਊਜ਼ ਹੈ ਇਹ ਇੰਡੀਅਨ ਮਾਰਕੀਟ ਦੇ ਵਿੱਚ ਆਪਣੇ ਪੈਰ ਪਸਾਰ ਰਹੇ ਹੈ। ਦ ਡਿਮਾਂਡ ਫॉर ਟੀ ਹੈਜ਼ ਬਿਨ ਐਕਸਪੈਂਡਿੰਗ ਅਕਰੋਸ ਇੰਡੀਆ ਵਿਦ ਟੀ ਰੂਮਸ that have stylish sophisticated settings to vibrant quirky ones। ਤਾਂ ਚਾਰ ਦੇ ਕਮਰਿਆਂ ਦੇ ਨਾਲ ਜਿਹੜੇ ਕਿ ਬਹੁਤ ਹੀ ਸਟਾਈਲਿਸ਼ ਅਤੇ ਸਫਿਸਟੀਕੇਟਿੰਗ ਸੈਟਿੰਗਸ ਦੇ ਨਾਲ ਹੈ, ਜਿਹੜੇ ਕਿ ਵਚਿੱਤਰ
ਜੇ ਲੋਕਾਂ ਨੂੰ ਵਾਈਬ੍ਰੈਂਟ ਕਰਨ ਦੇ ਲਈ, ਉਹਨਾਂ ਨੂੰ ਐਕਸਾਈਟ ਕਰਨ ਦੇ ਲਈ ਹੈਗੇ ਹੈ, ਤਾਂ ਪੂਰੇ ਇੰਡੀਆ ਦੇ ਵਿੱਚ ਇਹਨਾਂ ਟੀ ਰੂਮਸ ਦੇ ਨਾਲ ਚਾਹ ਦੀ ਡਿਮਾਂਡ ਹੈ ਜਿਹੜੀ ਉਹ ਵੱਧ ਰਹੀ ਹੈ। These tea joints have bridged the gap between home and the streets. ਇਹ ਜਿਹੜੇ ਟੀ ਜੁਆਇੰਟਸ ਹੈਗੇ ਆ, ਇਹਨਾਂ ਨੇ ਘਰਾਂ ਦੇ ਵਿੱਚ ਤੇ ਗਲੀਆਂ ਦਾ ਜੋ ਗੈਪ ਹੈ ਉਹਨੂੰ ਬ੍ਰਿਜ ਕੀਤਾ ਹੈ। ਮੋਸਟ ਹਾਈ ਐਂਡ ਬ੍ਰਾਂਡਸ also have kiosks and lounges that offer a layerly ਕੱਪਾ or tea on the go. ਬਹੁਤ ਸਾਰੇ ਜਿਹੜੇ ਹਾਈ ਬ੍ਰਾਂਡ ਦੀਆਂ ਟੀ ਹੈਗੀਆਂ, ਉਹਨਾਂ ਨੇ ਕਿਓਸਿਕਸ ਹੁੰਦੀਆਂ, ਛੋਟੀਆਂ ਦੁਕਾਨਾਂ ਜਿਹੜੀਆਂ ਸੜਕਾਂ 'ਤੇ ਹੋਣ, ਅਤੇ ਲੌਂਜਸ ਜਿਹੜੇ ਹੁੰਦੇ ਆ ਆਰਾਮ ਕਰਨ ਵਾਲੀ ਕੋਈ ਜਗ੍ਹਾ ਘਰ ਦੇ ਵਿੱਚ ਜਾਂ ਹੋਟਲ ਦੇ ਵਿੱਚ। ਇਹ ਜਿਹੜੇ ਸਾਰੇ ਹੈਗੇ ਆ, ਇਹ ਇੱਕ ਆਰਾਮ ਪੇਸ਼ ਕਰਦੇ ਹੈ। ਅਤੇ ਹੁਣ ਆਪਾਂ ਬੇਟਾ ਇਹਨਾਂ ਦੇ ਕੁਐਸਚਨਸ। Question number 1, which variety of tea is not discussed in the above passage? ਤਾਂ ਸਾਡਾ ਆਨਸਰ ਹੈ ਬਬਲ ਟੀ। ਨੈਕਸਟ ਇਜ਼ ਮਾਚਾ ਇਜ਼ ਦਾ ਪਿਓਰੈਸਟ ਫਾਰਮ ਆਫ, ਮਾਚਾ ਕਾਹਦੀ ਸ਼ੁੱਧ ਫਾਰਮ ਹੈ? ਗ੍ਰੀਨ ਟੀ ਦੀ। ਨੈਕਸਟ ਇਜ਼ ਹਰਬਲ ਟੀ ਡਜ਼ ਨਾਟ ਟੇਸਟ, ਹਰਬਲ ਟੀ ਦਾ ਟੇਸਟ ਕਿਹੜਾ ਨਹੀਂ ਹੁੰਦਾ? ਸਵੀਟ, ਬਾਕੀ ਤਿੰਨੋਂ ਹੁੰਦੇ ਆ। ਨੈਕਸਟ ਇਜ਼ ਐਨ ਇਨਫਿਊਜ਼ਡ ਟੀ ਕੂਲਰ ਇਜ਼ ਨਾਟ, ਕਿਹੜੀ ਇਹਦੇ ਵਿੱਚ ਇਨਫਿਊਜ਼ਡ ਟੀ ਕੂਲਰ ਹੈ ਜਿਹੜੀ ਉਹ ਕਿਹੜੀ ਨਹੀਂ ਹੁੰਦੀ? ਇਟ ਇਜ਼ ਨਾਟ ਐਡਡ ਵਿਦ ਦ ਮਿਲਕ, ਡੀ ਆਪਸ਼ਨ। ਕੁਐਸਚਨ ਨੰਬਰ 5, ਥੀਜ਼ ਨਿਊ ਏਜ ਬਰਿਊਜ਼ ਆਰ ਨਾਟ ਬੀਇੰਗ ਸਰਵਡ। ਇਹ ਜਿਹੜੇ ਨਵੀਂ ਏਜ ਦੇ ਬਰਿਊਜ਼ ਹੈ, ਕਿੱਥੇ ਇਹਨਾਂ ਨੂੰ ਸਰਵ ਨਹੀਂ ਕੀਤਾ ਜਾਂਦਾ? ਤਾਂ ਆਪਸ਼ਨ ਹੈ ਬੀ, ਇਨ ਟੈਂਪਲਸ। ਕੁਐਸਚਨ ਨੰਬਰ 6, ਚੂਜ਼ ਦਾ ਸਟੇਟਮੈਂਟ ਵਿਚ ਇਜ਼ ਫਾਲਸ ਅਕੋਰਡਿੰਗ ਟੂ ਦਾ ਅਬਵ ਪੈਸੇਜ। ਅਬਵ ਪੈਸੇਜ ਦੇ ਅਕੋਰਡਿੰਗਲੀ ਕਿਹੜੀ ਸਟੇਟਮੈਂਟ ਫਾਲਸ ਹੈ? ਆਪਾਂ ਸਟੇਟਮੈਂਟ ਦੇਖਦੇ ਹਾਂ। ਹਰਬਲ ਟੀ ਹੈਜ਼ ਹਾਈ ਕੰਸੈਂਟਰੇਸ਼ਨ ਆਫ ਕੈਫੀਨ, ਹਰਬਲ ਟੀ ਦੇ ਵਿੱਚ ਕੈਫੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਤਾਂ ਇਹ ਹੀ ਸਾਡੀ ਰੋਂਗ ਹੈ ਸਟੇਟਮੈਂਟ। ਆਨਸਰ ਹੈ ਏ। ਵਿਚ ਹਰਬਸ ਆਰ ਯੂਜ਼ ਟੂ ਇਨਫਿਊਜ਼ ਫਲੇਵਰਸ ਇਨ ਦਾ ਹਰਬਲ ਟੀ, ਹਰਬਲ ਟੀ ਦੇ ਵਿੱਚ ਕਿਹੜੀਆਂ ਕਿਹੜੀਆਂ ਹਰਬਸ ਯੂਜ਼ ਕੀਤੀਆਂ ਜਾਂਦੀਆਂ ਉਹਦਾ ਫਲੇਵਰ ਐਡ ਕਰਨ ਦੇ ਲਈ? ਅਸ਼ਵਗੰਧਾ, ਤੁਲਸੀ, ਬ੍ਰਹਮੀ ਐਂਡ ਜ਼ਿੰਗਸੈਂਗ, ਅਤੇ ਆਲ ਦਾ ਅਬਵ। ਤਾਂ ਸਾਡੀ ਰਾਈਟ ਆਪਸ਼ਨ ਹੈ ਡੀ, ਆਲ ਦਾ ਅਬਵ। Question number 8, the new variants of tea are different from traditional tea as these have a calming and sleep inducing effect. ਬਈ ਜਿਹੜੀ ਨਵੀਂ ਕਿਸਮ ਦੀ ਚਾਹ ਹੈਗੀ ਆ ਉਹ ਟਰਡੀਸ਼ਨਲ ਨਾਲੋਂ ਇਸ ਲਈ ਵੱਖਰੀ ਹੈ ਕਿਉਂਕਿ ਇਹਦੇ ਵਿੱਚ ਸ਼ਾਂਤੀ ਆਉਂਦੀ ਇਸ ਨੂੰ ਪੀ ਕੇ, ਅਤੇ ਸਲੀਪ ਇੰਡਿਊਸਿੰਗ ਇਫੈਕਟ ਹੈ, ਮਤਲਬ ਨੀਂਦ ਆਉਂਦੀ ਹੈ। ਤਾਂ ਇਹ ਆਪਣਾ ਆਨਸਰ ਹੈ ਜਿਹੜਾ ਫਾਲਸ ਹੈ, ਕਿਉਂਕਿ ਜਿਹੜੀ ਨਿਊ ਵੇਰੀਐਂਟਸ ਆਏ ਹੈ ਟੀ ਦੇ, ਉਹ ਹੈ ਫਰੈਸ਼ਨੈਸ ਦਿੰਦੇ ਹੈ ਅਤੇ ਬਾਡੀ ਨੂੰ ਹਾਈਡਰੇਟ ਕਰਦੇ ਹੈ। ਸੋ ਸਾਡੀ ਇਹ ਆਪਸ਼ਨ ਹੈ ਜਿਹੜੀ ਬੀ, ਦੈਟ ਇਜ਼ ਫਾਲਸ। ਕੁਐਸਚਨ ਨੰਬਰ 9, ਦ ਚਾਈਲਡ ਇਜ਼ ਪਲੇਇੰਗ ਅਰਾਊਂਡ ਡੈਸ਼ ਮਿਲਕ ਫਰੋਮ ਹਿਜ਼ ਸਿਪਰ। ਤਾਂ ਆਪਾਂ ਯੂਜ਼ ਕਰਨਾ ਹੈ ਸਿਪ ਨੂੰ ਐਜ਼ ਜ਼ੈਰੈਂਡ, ਤਾਂ ਸਾਡੀ ਆਪਸ਼ਨ ਹੈ ਸਿਪਿੰਗ, ਆਪਸ਼ਨ ਸੀ। ਕੁਐਸਚਨ ਨੰਬਰ 10, the caffeine-free herbal concoctions are not created with the aromatic flowers, fruits and premium herbs. ਤਾਂ ਸਾਡਾ ਜਿਹੜਾ ਆਨਸਰ ਹੈ ਉਹ ਹੈ ਫਾਲਸ, ਆਪਸ਼ਨ ਬੀ। ਨੈਕਸਟ ਹੈ ਸੈਕਸ਼ਨ ਏ, ਲੈਸਨਸ ਫਰੋਮ ਇੰਟੈਂਸਿਵ ਸਟੱਡੀ। ਕੁਐਸਚਨ ਨੰਬਰ 11, ਵਿਚ ਫਲਾਵਰਸ ਆਰ ਬਲੂਮਿੰਗ ਐਟ ਦਾ ISC ਕੈਂਪਸ। ਜੈਂਡਰ ਵਾਈਜ਼ ਚੈਪਟਰ ਦੇ ਬੇਸ 'ਤੇ ਆਪਾਂ ਦੱਸਣਾ ਹੈ ਕਿ ਜਿਹੜਾ ਇੰਡੀਅਨ ਇੰਸਟੀਟਿਊਟ ਆਫ ਸਾਇੰਸ ਬੰਗਲੌਰ ਕੈਂਪਸ ਸੀ, ਉੱਥੇ ਕਿਹੜੇ ਫੁੱਲ ਖਿਲੇ ਹੋਏ ਸੀ? ਤਾਂ ਆਪਣੀ ਆਨਸਰ ਹੈ ਬੀ, ਗੁਲਮੋਹਰ ਦੇ। ਨੈਕਸਟ ਹੈ ਵੇਅਰ ਡਿਡ ਸੁਧਾ ਸੀ ਦਾ ਐਡਵਰਟਾਈਜ਼ਮੈਂਟ। ਤਾਂ ਸੁਧਾ ਨੇ ਉਸ ਐਡਵਰਟਾਈਜ਼ਮੈਂਟ ਨੂੰ ਕਿੱਥੇ ਦੇਖਿਆ ਸੀਗਾ? ਔਨ ਦਾ ਨੋਟਿਸ ਬੋਰਡ, ਇਨ ਦਾ ਨਿਊਜ਼ਪੇਪਰ, ਔਨ ਟੈਲੀਵਿਜ਼ਨ, ਇਨ ਦਾ ਆਫਿਸ। ਤਾਂ ਸਾਡੀ ਰਾਈਟ ਆਪਸ਼ਨ ਹੈ ਔਨ ਨੋਟਿਸ ਬੋਰਡ, ਜਦੋਂ ਉਹ ਹੋਸਟਲ ਵੱਲ ਜਾ ਰਹੀ ਸੀ। ਨੈਕਸਟ ਹੈ ਹੂਮ ਡਿਡ ਦਾ ਆਊਥਰਸ ਗ੍ਰੈਂਡ ਮਦਰ ਫੀਡ ਇਨ ਦਾ ਸਿਟੀ। ਚੈਪਟਰ ਪੋਰਟਰੇਟ ਆਫ ਏ ਲੇਡੀ ਦੇ ਬੇਸ 'ਤੇ ਆਪਾਂ ਦੱਸਣਾ ਹੈ ਕਿ ਗ੍ਰੈਂਡ ਮਦਰ ਸ਼ਹਿਰ ਦੇ ਵਿੱਚ ਕਿਸ ਨੂੰ ਖਾਣਾ ਖਿਲਾਇਆ ਕਰਦੀ ਸੀ? ਤਾਂ ਸਾਡਾ ਆਨਸਰ ਹੈ ਸਪੈਰੋਜ਼। ਜਦੋਂ ਉਹ ਪਿੰਡ ਦੇ ਵਿੱਚ ਰਹਿੰਦੀ ਸੀ ਤਾਂ ਉਦੋਂ ਉਹ ਕੁੱਤਿਆਂ ਨੂੰ ਖਾਣਾ ਖਿਲਾਇਆ ਕਰਦੀ ਸੀ, ਜਦੋਂ ਸ਼ਹਿਰ 'ਚ ਸ਼ਿਫਟ ਹੋ ਗਏ ਸੀ ਤਾਂ ਸਪੈਰੋਜ਼ ਨੂੰ ਖਿਲਾਇਆ ਕਰਦੀ ਸੀ। ਨੈਕਸਟ ਹੈ ਦ ਪੋਰਟਰੇਟ ਆਫ ਆਊਥਰਸ ਡੈਸ਼ ਹੰਗ ਅਬਵ ਦਾ ਮੈਂਟਲ ਪੀਸ। ਰਾਈਟਰ ਦੇ ਉਹ ਕੌਣ ਲੱਗਦੇ ਸੀ ਜਿਨ੍ਹਾਂ ਦੀ ਤਸਵੀਰ ਜਿਹੜੀ ਸੀ ਅੰਗੀਠੀ ਦੇ ਉੱਤੇ ਲੱਗੀ ਹੋਈ ਸੀ? ਤਾਂ ਉਹ ਸੀਗੇ ਗ੍ਰੈਂਡਫਾਦਰ ਆਊਥਰ ਦੇ, ਆਪਸ਼ਨ ਸੀ। ਨੈਕਸਟ ਹੈ ਵਾਟ ਡਜ਼ ਇਨਡਿਸਿਪਲਿਨ ਲੀਡ ਟੂ। ਇਨਡਿਸਿਪਲਿਨ ਸਾਨੂੰ ਕਿਸ ਦਿਸ਼ਾ ਵੱਲ ਲੈ ਜਾਂਦਾ? ਚੈਪਟਰ ਹੈ ਲਿਬਰਟੀ ਐਂਡ ਡਿਸਿਪਲਿਨ, ਉਹਦੇ ਬੇਸ 'ਤੇ ਦੱਸਣਾ ਹੈ। ਤਾਂ ਆਨਸਰ ਹੈ ਕੇਸ, ਕੇਸ ਮੀਨਿੰਗ ਹਫੜਾ ਦਫੜੀ ਵੱਲ ਲੈ ਜਾਂਦਾ ਹੈ। ਨੈਕਸਟ ਹੈ ਕੁਐਸਚਨ ਨੰਬਰ 16,
हू वॉज मेड टू मार्च इन फ्रंट ऑफ द होल बटालीਅਨ, पूरी बटालीਅਨ ਦੇ ਸਾਹਮਣੇ ਕਿਸ ਨੂੰ ਮਾਰਚ ਕਰਨ ਦੇ ਲਈ ਕਿਹਾ ਗਿਆ ਸੀਗਾ? ਤਾਂ ਉਹ ਹੈ ਆਨਸਰ ਆਪਣਾ ਆਊਥਰ। ਆਊਥਰ ਨੂੰ ਸਜ਼ਾ ਮਿਲੀ ਸੀ ਕਿਉਂਕਿ ਉਹਨੇ ਸਲੂਟ ਦਾ ਜਵਾਬ ਪ੍ਰੋਪਰਲੀ ਨਹੀਂ ਸੀ ਦਿੱਤਾ, ਇਸ ਕਰਕੇ ਉਹਨੂੰ ਇਹ ਸਜ਼ਾ ਮਿਲੀ ਸੀ ਕਿ ਪੂਰੀ ਬਟਾਲੀਅਨ ਦੇ ਸਾਹਮਣੇ ਉਹ ਮਾਰਚ ਕਰੇ। ਨੈਕਸਟ ਹੈ ਹਾਊ ਮਚ ਡੂ ਯੂ ਪੇ ਟੂ ਡਰਾਈਵ ਥਰੂ ਅ ਚਾਰਡ ਰੋਡ ਬਿਟਵੀਨ 5 PM ਐਂਡ 8 PM। ਜਦੋਂ ਤੁਸੀਂ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਚਾਰਡ ਰੋਡ 'ਤੇ ਜਾਂਦੇ ਹੋ ਤਾਂ ਤੁਹਾਨੂੰ ਕਿੰਨੇ ਪੈਸੇ ਉੱਥੇ ਪੇ ਕਰਨੇ ਪੈਂਦੇ ਆ? ਤਾਂ ਸਾਡਾ ਆਨਸਰ ਹੈ $5। ਆਪਸ਼ਨ ਆ ਗਈ ਸਾਡੀ B। ਨੈਕਸਟ ਇਨ ਟਰਮਸ ਆਫ GDP ਵੀ ਆਰ ਅਮੰਗ ਦ ਟੌਪ ਡੈਸ਼ ਨੇਸ਼ਨਸ। GDP ਦੀਆਂ ਟਰਮਸ ਦੇ ਵਿੱਚ ਸਾਡੇ ਮੁਲਕ ਦਾ ਨਾਮ, ਇੰਡੀਆ ਦਾ ਨਾਮ ਪਹਿਲੇ 5 ਕੰਟਰੀਜ਼ ਦੇ ਵਿੱਚ ਆਉਂਦਾ, ਤਾਂ ਸਾਡੀ ਆਪਸ਼ਨ ਹੈ D 5 ਨੇਸ਼ਨਸ। ਨੈਕਸਟ ਹੈ ਰੀਡ ਦ ਸਟੈਂਜਾ ਐਂਡ ਆਨਸਰ ਦ ਕੁਐਸਚਨਸ ਦੈਟ ਫਾਲੋ। ਸਟੈਂਜਾ ਪੜ੍ਹ ਕੇ ਅਸੀਂ ਕੁਐਸਚਨਸ ਦੇ ਆਨਸਰ ਦੇਣੇ ਆ ਫਰੋਮ ਪੋਇਟਰੀ ਸੈਕਸ਼ਨ। ਸੋ ਸਟੈਂਜਾ ਰੀਡ ਕਰਦੇ ਹਾਂ। ਉਪਾ ਗੁਪਤਾ ਦ ਡਿਸਾਈਪਲ ਆਫ ਬੁੱਧਾ ਲੇ ਅਸਲੀਪ in the dust by the city wall of Mathura. Lamps were all out, doors were all shut, and stars were all hidden by the murky sky of August. The question है name the poet of the poem. ਆਪਾਂ poet ਦਾ ਨਾਮ ਦੱਸਣਾ ਹੈ, ਤਾਂ ਇਸ ਦੇ poet ਹੈਗੇ ਆ ਰਵਿੰਦਰ ਨਾਥ ਟੈਗੋਰ। Question number 20 who was ਉਪਾ ਗੁਪਤਾ? ਉਪਾ ਗੁਪਤਾ ਕੌਣ ਸੀ? ਤਾਂ ਬੇਟਾ ਦੇਖੋ ਇਸ ਸਟੈਂਜਾ ਨੂੰ ਪਹਿਲੀ ਲਾਈਨ ਦੇ ਵਿੱਚ ਲਿਖਿਆ ਹੈ ਉਪਾ ਗੁਪਤਾ ਦਾ ਡਿਸਾਈਪਲ ਆਫ ਬੁੱਧਾ, ਤਾਂ ਸਾਡੇ ਕੋਲੇ ਜੋ ਰਾਈਟ ਆਪਸ਼ਨ ਆ ਰਹੀ ਹੈ ਦੈਟ ਇਜ਼ C। ਨੈਕਸਟ ਹੈ ਵੇਅਰ ਵਾਜ਼ ਉਪਾ ਗੁਪਤਾ ਸਲੀਪਿੰਗ। ਉਪਾ ਗੁਪਤਾ ਕਿੱਥੇ ਸੋ ਰਿਹਾ ਸੀਗਾ? ਇਹਦੇ ਵਿੱਚ ਦੇਖੋ ਵਰਡ ਲਿਖਿਆ ਹੋਇਆ ਲੇ ਅਸਲੀਪ ਇਨ ਦ ਡਸਟ ਬਾਈ ਦ ਸਿਟੀ ਵਾਲ ਆਫ ਮਥੁਰਾ, ਤਾਂ ਸਾਡੇ ਕੋਲੇ ਆਪਸ਼ਨ ਆ ਰਹੀ ਹੈ B ਬਾਈ ਦ ਸਿਟੀ ਵਾਲ ਆਫ ਮਥੁਰਾ, ਉੱਥੇ ਉਹ ਲੇਟਿਆ ਹੋਇਆ ਸੀਗਾ। Next है question number 23 a stranger came when the astrologer was his professional equipment an astrologer's day। ਤਾਂ ਇੱਥੇ ਫਿਲਅਪ ਹੋਣੀ ਚਾਹੀਦੀ ਹੈ। ਤਾਂ ਇਸ ਚੈਪਟਰ ਦੇ ਬੇਸ 'ਤੇ ਅਸੀਂ ਦੱਸਣਾ ਹੈ ਕਿ ਜਦੋਂ ਸਟ੍ਰੇਂਜਰ ਆਇਆ ਤਾਂ ਉਸ ਵੇਲੇ ਐਸਟ੍ਰੋਲੋਜਰ ਕੀ ਕਰ ਰਿਹਾ ਸੀ ਆਪਣੇ ਕਿੱਤੇ ਨਾਲ ਸੰਬੰਧਿਤ ਸਮਾਨ ਦਾ, ਤਾਂ ਉਸ ਵੇਲੇ ਆਪਣੇ ਕਿੱਤੇ ਨਾਲ ਸੰਬੰਧਿਤ ਸਮਾਨ ਨੂੰ ਉਹ ਇਕੱਠਾ ਕਰ ਰਿਹਾ ਸੀ, ਪੈਕ ਕਰ ਰਿਹਾ ਸੀ, ਪੈਕਿੰਗ ਅਪ। ਨੈਕਸਟ ਹੈ ਦ ਐਸਟ੍ਰੋਲੋਜਰ ਵਾਂਟਡ ਟੂ ਗੋ ਅਵੇ ਵਿਦਾਊਟ ਆਨਸਰਿੰਗ ਸਟ੍ਰੇਂਜਰਸ ਕੁਐਸਚਨਸ। ਜੋਤਸ਼ੀ ਉਸ ਅਜਨਬੀ ਦੇ ਕੁਐਸਚਨਾਂ ਦਾ ਜਵਾਬ ਦਿੱਤੇ ਬਿਨਾਂ ਜਾਣਾ ਚਾਹੁੰਦਾ ਸੀ, ਕਿਉਂਕਿ ਉਹਨੇ ਉਸ ਸਟ੍ਰੇਂਜਰ ਨੂੰ ਪਹਿਚਾਨ ਲਿਆ ਸੀ। ਹੀ ਹੈਡ ਰੈਕੋਗਨਾਈਜ਼ਡ ਦ ਸਟ੍ਰੇਂਜਰ। ਨੈਕਸਟ ਹੈ ਵਿਚ ਪ੍ਰੋਫੈਸ਼ਨ ਡਿਡ ਰਹੀਮ ਖਾਨ ਵਾਂਟ ਟੂ ਜੁਆਏ ਇਨ ਹਿਜ਼ ਯੂਥ। ਆਪਣੀ ਜਵਾਨੀ ਦੇ ਵਿੱਚ ਰਹੀਮ ਖਾਨ ਕਿਹੜਾ ਪ੍ਰੋਫੈਸ਼ਨ, ਕਿਹੜਾ ਕੰਮ ਅਪਣਾਉਣਾ ਚਾਹੁੰਦਾ ਸੀ? ਆਪਾਂ ਸਪੈਰੋਜ਼ ਚੈਪਟਰ ਦੇ ਬੇਸ 'ਤੇ ਦੱਸਣਾ ਹੈ। ਤਾਂ ਉਹ ਟੂਰਿੰਗ ਸਰਕਸ ਨੂੰ ਜੁਆਇਨ ਕਰਨਾ ਚਾਹੁੰਦਾ ਸੀ, ਆਪਸ਼ਨ ਹੈ B। ਨੈਕਸਟ ਹੈ ਹੂ ਵਾਜ਼ ਰਾਮਨਾਥ। ਰਾਮਨਾਥ ਕੌਣ ਸੀ? ਕੁਐਸਚਨ ਨੰਬਰ 26 ਹੂ ਵਾਜ਼ ਰਾਮਨਾਥ। ਰਾਮਨਾਥ ਕੌਣ ਸੀਗਾ? ਉਹ ਸੀਗਾ ਜੈਲਦਾਰ, ਤਾਂ ਸਾਡੀ ਆਪਸ਼ਨ ਹੈ D। ਨੈਕਸਟ ਹੈ ਹੂ ਰੋਟ ਦ ਸਟੋਰੀ ਦ ਟਾਈਗਰ ਇਨ ਦ ਟਨਲ। ਇਹ ਜਿਹੜੀ ਸਟੋਰੀ ਹੈ ਕਿਹਨੇ ਲਿਖੀ ਹੈ? ਤਾਂ ਇਸ ਦੇ ਰਾਈਟਰ ਹੈਗੇ ਹੈ ਰੁਸਕਨ ਬੌਂਡ। ਨੈਕਸਟ ਹੈ ਦ ਐਸਟ੍ਰੋਲੋਜਰ ਕੌਟ ਏ ਗਲਿੰਪਸ ਆਫ ਦ ਸਟ੍ਰੇਂਜਰਸ ਫੇਸ। ਜਿਹੜਾ ਜੋਤਸ਼ੀ ਸੀ ਉਹਨੇ ਅਜਨਬੀ ਦੇ ਚਿਹਰੇ ਦੀ ਝਲਕ ਦੇਖ ਲਈ ਸੀ। ਕਾਹਦੇ ਵਿੱਚ ਵੇਖੀ ਸੀ? ਜਦੋਂ ਅਜਨਬੀ ਨੇ ਸਿਗਰਟ ਪੀਣ ਦੇ ਲਈ ਮਾਚਿਸ ਜਲਾਈ ਸੀ, ਤਾਂ ਉਸ ਰੌਸ਼ਨੀ ਦੇ ਵਿੱਚ ਜੋਤਸ਼ੀ ਨੇ ਉਹਦਾ ਚਿਹਰਾ ਦੇਖ ਲਿਆ ਸੀ। ਤਾਂ ਆਪਣੀ ਆਪਸ਼ਨ ਹੈ ਇਨ ਦ ਲਾਈਟ in the match by the match light, option B। next है how old was ਟੈਂਬੂ। ਟੈਂਬੂ ਦੀ ਕਿੰਨੀ ਉਮਰ ਸੀ? ਤਾਂ ਉਹ ਸਿਰਫ 12 ਸਾਲ ਦਾ ਸੀ, ਆਪਸ਼ਨ C। ਰਹੀਮ ਖਾਨ called to little sparrows ਨੱਥੂ ਐਂਡ ਸ਼ਿੱਡੂ after his sons। ਆਪਾਂ ਇਹ ਦੱਸਣਾ ਹੈ ਕਿ ਇਹ ਸਟੇਟਮੈਂਟ ਟਰੂ ਹੈ ਜਾਂ ਫਾਲਸ ਹੈ। ਇਹ ਸਟੇਟਮੈਂਟ ਫਾਲਸ ਹੈ ਕਿਉਂਕਿ ਉਹ ਨੱਥੂ ਤੇ ਸ਼ਿੱਡੂ ਉਹਦੇ ਬਲਦਾਂ ਦੇ ਨਾਮ ਸੀਗੇ। ਉਹ ਸਪੈਰੋਜ਼ ਨੂੰ ਆਪਣੇ ਮੁੰਡਿਆਂ ਦੇ ਨਾਮ 'ਤੇ ਨੂਰੂ ਅਤੇ ਬੁੰਦੂ ਕਹਿ ਕੇ ਬੁਲਾਉਂਦਾ ਸੀ। ਸੋ ਸਾਡੀ ਰਾਈਟ ਆਪਸ਼ਨ ਹੈ B। ਨੈਕਸਟ ਹੈ ਟਰਾਂਸਲੇਸ਼ਨ ਇੰਗਲਿਸ਼ ਟੂ ਪੰਜਾਬੀ। ਕੁਐਸਚਨ ਨੰਬਰ 31 ਹੀ ਇਜ਼ ਨਾਟ ਏ ਰਾਈਟਰ। ਤਾਂ ਇਹਦਾ ਆਨਸਰ ਕੀ ਬਣੇਗਾ? ਉਹ ਲੇਖਕ ਨਹੀਂ ਹੈ। ਈਜ਼ ਲੱਗਿਆ, ਆਪਾਂ ਹੈ ਵਾਲਾ ਲੈਣਾ ਹੈ।
ਨੈਕਸਟ ਹੈ ਵੀ ਸ਼ੁੱਡ ਗੋ ਫॉर ਅ ਵਾਕ ਡੇਲੀ, ਸਾਨੂੰ ਹਰ ਰੋਜ਼ ਸੈਰ ਕਰਨੀ ਚਾਹੀਦੀ ਹੈ। ਤਾਂ ਆਪਸ਼ਨ ਹੈ ਸੀ। ਡੀ ਇਸ ਲਈ ਨਹੀਂ ਆਏਗਾ ਕਿਉਂਕਿ ਇਹਦੇ ਪਿੱਛੇ ਉਹਨੇ ਸਾਈਨ ਆਫ ਇੰਟਰੋਗੇਸ਼ਨ ਪਾ ਦਿੱਤਾ ਹੈ, ਸੋ ਸਾਡੀ ਆਪਸ਼ਨ ਹੈ ਸੀ। ਨੈਕਸਟ ਹੈ ਪੰਜਾਬੀ ਟੂ ਇੰਗਲਿਸ਼, ਕੁਐਸਚਨ ਨੰਬਰ 33। ਮੈਂ ਪਰਸੋਂ ਨਵੀਂ ਕਾਰ ਖਰੀਦੀ। ਤਾਂ ਬੇਟਾ ਦੇਖੋ ਇਹ ਪਾਸਟ ਦਾ ਟੈਂਸ ਹੈ, ਤਾਂ ਜਦੋਂ ਇਹ ਪਾਸਟ ਦਾ ਹੈ ਤਾਂ ਫਿਰ ਟੂਮਾਰੋ ਤਾਂ ਆ ਹੀ ਨਹੀਂ ਸਕਦਾ। ਇਸ ਵਜ੍ਹਾ ਦੇ ਨਾਲ ਜਿਹੜੀ ਸਾਡੀ ਆਪਸ਼ਨ ਸੀ ਅਤੇ ਡੀ ਹੈ ਉਹ ਰਿਜੈਕਟ ਹੋ ਰਹੀ ਹੈ। ਇਸ ਤੋਂ ਬਾਅਦ ਹੁਣ ਆਪਾਂ ਦੇਖਣੀ ਹੈ ਏ ਅਤੇ ਬੀ। ਏ ਅਤੇ ਬੀ ਦੇ ਵਿੱਚ ਕੀ ਹੈ, ਆਈ ਬੋਟ ਏ ਨਿਊ ਕਾਰ ਦ ਡੇ ਬਿਫੋਰ ਯੈਸਟਰਡੇ। ਡੇ ਬਿਫੋਰ ਯੈਸਟਰਡੇ ਮਤਲਬ ਪਰਸੋਂ, ਅਤੇ ਬੀ ਆਪਸ਼ਨ ਦੇ ਵਿੱਚ ਹੈ ਆਈ ਬੋਟ ਏ ਨਿਊ ਕਾਰ ਯੈਸਟਰਡੇ। ਇਹਦੇ ਵਿੱਚ ਯੈਸਟਰਡੇ ਕਹਿਤਾ, ਸੋ ਆਪਣਾ ਇਹ ਵੀ ਰੋਂਗ ਹੋ ਗਿਆ, ਤਾਂ ਰਾਈਟ ਆਪਸ਼ਨ ਹੈ ਏ। ਕੁਐਸਚਨ ਨੰਬਰ 34। ਅਸੀਂ ਆਪਣਾ ਚਗਿਰਦਾ ਸਾਫ਼ ਰੱਖਾਂਗੇ। ਤਾਂ ਆਪਾਂ ਆਪਸ਼ਨਸ ਦੇਖਦੇ ਹਾਂ। ਬੀ ਇਸ ਕਰਕੇ ਰਿਜੈਕਟ ਹੋ ਰਿਹਾ ਕਿ ਇਹਦੇ ਵਿੱਚ ਸ਼ੁੱਡ ਲੱਗਿਆ, ਇਹ ਨਹੀਂ ਲੱਗੇਗਾ। ਇਹਦੇ ਵਿੱਚ ਦੇ ਲੱਗਿਆ, ਇਸ ਲਈ ਇਹ ਰਿਜੈਕਟ ਹੋ ਰਿਹਾ। ਨੈਕਸਟ ਆਪਣੇ ਕੋਲ ਹੈ ਇਹ ਆਪਸ਼ਨ ਦੇ ਵਿੱਚ ਵੀ ਦੇ ਨਾਲ ਇਹਨੇ ਵਿਲ ਲਗਾਤਾ, ਇਸ ਲਈ ਰਿਜੈਕਟ ਹੋ ਰਿਹਾ। ਅਤੇ ਸਾਡੀ ਆਪਸ਼ਨ ਹੈ ਵੀ ਸ਼ੈਲ ਕੀਪ ਆਵਰ ਸਰਾਊਂਡਿੰਗਸ ਕਲੀਨ। ਆਪਸ਼ਨ ਸੀ ਇਜ਼ ਰਾਈਟ। ਕੁਐਸਚਨ ਨੰਬਰ 35। ਮਾਈ ਗ੍ਰੈਂਡ ਮਦਰ, ਇੱਥੇ ਆਏਗਾ ਯੂਜ਼ਡ ਟੂ ਗੋ ਫॉर ਏ ਮੋਰਨਿੰਗ ਵਾਕ ਇਨ ਹਰ ਯੂਥ। ਨੈਕਸਟ ਹੈ ਹੀ ਲੋਸਟ ਡੈਸ਼ ਫਰੈਂਡਸ ਹੀ ਹੈਡ। ਉਹਦੇ ਜਿੰਨੇ ਦੋਸਤ ਸੀ ਉਹਨੇ ਸਾਰੇ ਗਵਾ ਲਏ, ਤਾਂ ਆਪਣਾ ਆਨਸਰ ਇੱਥੇ ਆਏਗਾ ਦ ਫਿਊ। Question number 37. In which of the following sentences the word light is used as an adjective? ਸਾਨੂੰ ਨੀਚੇ ਕੁਝ sentences ਦਿੱਤੇ ਹੋਏ ਹੈ, ਅਸੀਂ ਇਹ ਦੱਸਣਾ ਕਿ ਕਿਹਦੇ ਵਿੱਚ ਜਿਹੜਾ ਲਾਈਟ ਵਰਡ ਹੈ ਉਹਨੂੰ ਐਜ਼ ਐਡਜੈਕਟਿਵ ਯੂਜ਼ ਕੀਤਾ ਹੋਇਆ ਹੈ। ਤਾਂ ਆਪਾਂ sentences ਦੇ ਵਿੱਚ ਦੇਖਦੇ ਹਾਂ, ਤਾਂ ਸਾਡੀ ਇਹਦੇ ਵਿੱਚ ਆਪਸ਼ਨ ਹੈ ਡੀ, ਆਈ ਫੀਲ ਕੁਆਇਟ ਲਾਈਟ ਟੂਡੇ। ਨੈਕਸਟ ਇਜ਼ ਕੁਐਸਚਨ ਨੰਬਰ 38। I am too tired to think of anything. ਰਿਮੂਵ ਟੂ ਐਂਡ ਰੀਰਾਈਟ ਦਾ ਸੈਂਟੈਂਸ। ਅਸੀਂ ਟੂ ਨੂੰ ਰਿਮੂਵ ਕਰਨਾ ਹੈ। ਜਦੋਂ ਅਸੀਂ ਟੂ ਨੂੰ ਰਿਮੂਵ ਕਰਾਂਗੇ ਤਾਂ ਨਾਲ ਹੀ ਉਸ ਵੇਲੇ ਇਹ ਵਾਲਾ ਟੂ ਵੀ ਹੋਏਗਾ, ਟੂ ਅਤੇ ਟੂ, ਸੋ ਦੈਟ ਦਾ ਯੂਜ਼ ਹੋਏਗਾ। ਤਾਂ ਇਹਨਾਂ 'ਚ ਆਪਾਂ ਆਪਸ਼ਨ ਦੇਖਦੇ ਹਾਂ। ਤਾਂ ਪਹਿਲਾ ਇਸ ਕਰਕੇ ਰਿਜੈਕਟ ਹੋ ਰਿਹਾ, ਇੱਥੇ ਵਾਜ਼ ਲਗਾਤਾ। ਦੂਸਰਾ ਆਈ ਐਮ ਸੋ ਟਾਇਰਡ ਦੈਟ ਆਈ ਕੈਨ, ਇਹ ਨੈਗੇਟਿਵ ਹੈ, ਇੱਥੇ ਲੱਗਣਾ ਹੁੰਦਾ ਹੈ, ਇਹਨੇ ਨਾਟ ਨਹੀਂ ਲਗਾਇਆ। ਨੈਕਸਟ ਆਈ ਐਮ ਸੋ ਟਾਇਰਡ ਦੈਟ ਆਈ ਕੁਡ ਨਾਟ ਲਗਾਤਾ, ਇੱਥੇ ਐਮ ਲੱਗਿਆ ਹੋਇਆ ਸੀ, ਇਹ ਵੀ ਰੋਂਗ ਹੋ ਗਿਆ। ਤਾਂ ਸਾਡੀ ਆਪਸ਼ਨ ਹੈ ਡੀ। ਨੈਕਸਟ ਇਜ਼ ਸ਼ੀ ਕੈਨ ਵਿਨ ਦ ਲੱਕੀ ਟਿਕਟ। ਵਰਡ ਵਿਨ ਇਜ਼, ਅਸੀਂ ਇਹ ਦੱਸਣਾ ਕਿ ਜਿਹੜਾ ਇਹਦੇ ਵਿੱਚ ਵਰਡ ਵਿਨ ਲੱਗਿਆ ਹੋਇਆ ਹੈ ਉਹ ਐਜ਼ ਕੀ ਯੂਜ਼ ਹੋਇਆ ਹੈ। ਤਾਂ ਸਾਡੀ ਰਾਈਟ ਆਪਸ਼ਨ ਹੈ, ਇਹ ਵਰਡ ਹੈ ਐਜ਼ ਵਰਬ। ਨੈਕਸਟ ਹੈ ਦ ਪ੍ਰਿੰਟ ਇਜ਼ ਸੋ ਸਮੋਲ ਦੈਟ ਆਈ ਕਾਂਟ ਰੀਡ ਇਟ, ਯੂਜ਼ ਟੂ। ਅਸੀਂ ਯੂਜ਼ ਕਰਨਾ ਟੂ ਨੂੰ, ਅਤੇ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਇਸ ਸੋ ਨੂੰ ਅਤੇ ਇਸ ਦੈਟ ਨੂੰ ਰਿਮੂਵ ਕਰਾਂਗੇ। ਤਾਂ ਅਸੀਂ ਆਪਸ਼ਨਸ ਦੇਖਦੇ ਹਾਂ। ਪਹਿਲੀ ਆਪਸ਼ਨ ਇਸ ਲਈ ਰੋਂਗ ਹੈ ਵੀ ਇਹਦੇ ਵਿੱਚ ਵਾਜ਼ ਲਗਾ ਦਿੱਤਾ ਹੈ। ਸੈਕਿੰਡ ਦ ਪ੍ਰਿੰਟ ਇਜ਼ ਟੂ ਸਮੋਲ ਫॉर ਮੀ ਟੂ ਰੀਡ, ਇਹ ਮੈਨੂੰ ਰਾਈਟ ਲੱਗ ਰਿਹਾ ਹੈ। ਨੈਕਸਟ ਹੈ ਦ ਪ੍ਰਿੰਟ ਇਜ਼ ਟੂ ਸਮੋਲ ਫॉर ਰੀਡਿੰਗ, ਇਹ ਵੀ ਰੋਂਗ ਹੈ। ਦੂਸਰਾ ਟੂ ਨਹੀਂ ਹਟਾਇਆ, ਉਹਦਾ ਕੁਛ ਨਹੀਂ ਲਗਾਇਆ। ਡੀ ਆਪਸ਼ਨ ਹੈ ਦ ਪ੍ਰਿੰਟ ਇਜ਼ ਟੂ ਸਮੋਲ, ਇੱਥੇ ਟੂ ਦੂਸਰਾ ਲੱਗਿਆ ਹੋਇਆ, ਇਸ ਵਜ੍ਹਾ ਨਾਲ ਇਹ ਵੀ ਰੋਂਗ ਹੈ। ਤਾਂ ਫਿਰ ਸਾਡੀ ਜੋ ਰਾਈਟ ਆਪਸ਼ਨ ਹੈ ਦੈਟ ਇਜ਼ ਬੀ। ਆਈ ਹੋਪ ਬੇਟਾ ਤੁਹਾਨੂੰ ਸਾਰੇ ਕੁਐਸਚਨ ਅੱਛੀ ਤਰ੍ਹਾਂ ਸਮਝ ਆ ਗਏ ਹੋਣਗੇ। ਥੈਂਕ ਯੂ, ਹੈਵ ਅ ਨਾਈਸ ਡੇ।